इस वीडियो राਹੀਂ ਅਸੀਂ ਕਲਾਸ 7th ਪਾਠ ਨੰਬਰ 11 ਜੋ ਕਿ ਪਹਿਲਾਂ ਪਾਠ ਨੰਬਰ 14 ਸੀ ਉਹ ਹੁਣ ਪਾਠ ਨੰਬਰ 11 ਹੋ ਗਿਆ, ਕਿਉਂਕਿ ਇਸ ਤੋਂ ਪਹਿਲਾਂ 3 ਪਾਠ ਸਿਲੇਬਸ ਦੇ ਵਿੱਚੋਂ ਕੱਟੇ ਗਏ ਹਨ, ਤਾਂ ਕਰਕੇ ਹੁਣ ਇਹ ਪਾਠ ਨੰਬਰ 11 ਰਹਿ ਗਿਆ। ਮੁਗਲ ਸਮਰਾਜ ਦੇ ਕੁਐਸਚਨ ਆਨਸਰ ਅਸੀਂ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਵਿੱਚ ਕਰਾਂਗੇ, ਤਾਂ ਜੋ ਵਿਦਿਆਰਥੀ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਪੰਜਾਬੀ ਦੇ ਵਿੱਚ ਨਾਲ ਨਾਲ ਸਮਝ ਆ ਸਕੇ। ਮੈਨੇ ਇਸ ਹਿਸਾਬ ਨਾਲ ਇਹ ਕੁਐਸਚਨ ਆਨਸਰ ਤਿਆਰ ਕੀਤੇ ਨੇ। ਖੱਬੇ ਹੱਥ ਪੰਜਾਬੀ ਵਿੱਚ ਹਨ ਅਤੇ ਉਹੀ ਕੁਐਸਚਨ ਸੱਜੇ ਹੱਥ ਅੰਗਰੇਜ਼ੀ ਮੀਡੀਅਮ ਵਿੱਚ। ਅਤੇ ਮੈਂ ਇਹ ਸੋਚ ਕੇ ਤਿਆਰ ਕੀਤੇ ਨੇ ਕਿ ਜੋ ਵਿਦਿਆਰਥੀ ਇੰਗਲਿਸ਼ ਮੀਡੀਅਮ ਵਿੱਚ ਪੜ੍ਹ ਰਹੇ ਨੇ ਉਹਨਾਂ ਨੂੰ ਨਾਲ ਪੰਜਾਬੀ ਦੇ ਵਿੱਚ ਵੀ ਸਮਝ ਆਉਂਦਾ ਰਹੇਗਾ, ਅਤੇ ਜਿਹੜੇ ਵਿਦਿਆਰਥੀ ਪੰਜਾਬੀ ਮਾਧਿਅਮ 'ਚ ਪੜ੍ਹਦੇ ਨੇ ਅਤੇ ਉਹਨਾਂ ਨੂੰ ਥੋੜ੍ਹਾ ਉਹਨਾਂ ਵਿੱਚ ਹਿੰਮਤ ਆਵੇਗੀ ਕਿ ਅਸੀਂ ਵੀ ਇੰਗਲਿਸ਼ ਮੀਡੀਅਮ ਵਿੱਚ ਕਰ ਸਕਦੇ ਹਾਂ। ਅਤੇ ਸਿਰਫ ਮੈਂ ਇਹ ਸੋਚ ਕੇ ਇਹ ਕੁਐਸਚਨ ਆਨਸਰ ਦੋਵਾਂ ਹੀ ਮਾਧਿਅਮਾਂ ਵਿੱਚ ਤਿਆਰ ਕੀਤੇ ਹਨ। ਪਹਿਲਾ ਕੁਐਸਚਨ, ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ। ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਕਿਉਂ ਸੱਦਾ ਭੇਜਿਆ? ਵਾਈ ਡਿਡ ਦੌਲਤ ਖਾਂ ਲੋਧੀ ਐਂਡ ਰਾਣਾ ਸਾਂਗਾ ਇਨਵਾਈਟ ਬਾਬਰ ਟੂ ਅਟੈਕ ਔਨ ਇੰਡੀਆ? ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਸੀ। ਇਬਰਾਹਿਮ ਲੋਧੀ ਦਿੱਲੀ ਦੀ ਗੱਦੀ 'ਤੇ ਭਾਵ ਦਿੱਲੀ ਸਲਤਨਤ ਦਾ ਸ਼ਾਸਕ 1517 ਈਸਵੀ ਵਿੱਚ ਬਣਿਆ ਸੀ, ਜੋ ਬਹੁਤ ਹੀ ਸ਼ੱਕੀ ਘਮੰਡੀ ਸੁਭਾਅ ਦਾ ਵਿਅਕਤੀ ਸੀ। ਉਹ ਕਿਸੇ 'ਤੇ ਵੀ ਯਕੀਨ ਨਹੀਂ ਕਰਦਾ ਸੀ। ਤਾਂ ਜੋ ਦੌਲਤ ਖਾਂ ਲੋਧੀ ਸੀ ਉਸ ਨੂੰ ਪੰਜਾਬ ਦਾ ਸੂਬੇਦਾਰ ਸਿਕੰਦਰ ਲੋਧੀ ਨੇ ਬਣਾਇਆ ਸੀ, ਜੋ ਇਬਰਾਹਿਮ ਲੋਧੀ ਦਾ ਪਿਤਾ ਸੀ। 1517 ਦੇ ਵਿੱਚ ਸਿਕੰਦਰ ਲੋਧੀ ਦੀ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਇਬਰਾਹਿਮ ਲੋਧੀ ਦਿੱਲੀ ਦਾ ਸੁਲਤਾਨ ਬਣਿਆ ਸੀ। ਤਾਂ ਉਸ ਸਮੇਂ ਵੀ ਜੋ ਪੰਜਾਬ ਦਾ ਸੂਬੇਦਾਰ ਸੀ ਉਹ ਸੀਗਾ ਦੌਲਤ ਖਾਂ ਲੋਧੀ। ਤਾਂ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਸੀ। ਇਸ ਕਰਕੇ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ, ਜੋ ਮੇਵਾੜ ਹੈ ਇਹ ਵਰਤਮਾਨ ਰਾਜਸਥਾਨ ਵਿੱਚ ਹੈ, ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਮਿਲ ਕੇ ਕਾਬੁਲ ਦੇ ਸ਼ਾਸਕ, ਕਾਬੁਲ ਵਰਤਮਾਨ ਸਮੇਂ ਅਫਗਾਨਿਸਤਾਨ ਦੀ ਰਾਜਧਾਨੀ ਹੈ, ਜੋ ਪਹਿਲਾਂ ਸਾਡੇ ਪੰਜਾਬ ਦੇ ਜਦੋਂ ਸਾਡਾ ਭਾਰਤ ਵੰਡਿਆ ਨਹੀਂ ਗਿਆ ਸੀ ਤਾਂ ਉੱਤਰ ਪੱਛਮੀ ਸਰਹੱਦ ਪੰਜਾਬ ਦੀ ਅਫਗਾਨਿਸਤਾਨ ਨਾਲ ਲੱਗਦੀ ਸੀ। ਕਾਬੁਲ ਦੇ ਸ਼ਾਸਕ ਬਾਬਰ ਨੂੰ 1526 ਈਸਵੀ ਵਿੱਚ ਚੱਚਾ ਕਰ ਲਿਓ, ਗਲਤੀ ਨਾਲ ਤੱਤਾ ਪੈ ਗਿਆ, ਵਿੱਚ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ, ਕਿਉਂਕਿ ਇਬਰਾਹਿਮ ਲੋਧੀ ਨੇ ਦੌਲਤ ਖਾਂ ਲੋਧੀ ਨਾਲ ਮਾੜਾ ਸਲੂਕ ਕੀਤਾ ਸੀ। ਉਸ ਨੂੰ ਦਿੱਲੀ ਵਿੱਚ ਬੁਲਾਇਆ ਸੀ ਅਤੇ ਇਬਰਾਹਿਮ ਲੋਧੀ ਆਪ ਤਾਂ ਨਾ ਗਿਆ, ਉਸ ਨੇ ਆਪਣੇ ਪੁੱਤਰ ਦਿਲਾਵਰ ਖਾਂ ਲੋਧੀ ਨੂੰ ਭੇਜਿਆ ਸੀ। ਜਿਉਂ ਹੀ ਦਿਲਾਵਰ ਖਾਂ ਲੋਧੀ ਦਿੱਲੀ 'ਚ ਪਹੁੰਚਿਆ ਤਾਂ ਦੌਲਤ ਖਾਂ ਲੋਧੀ ਦੀ ਉਮੀਦ ਅਨੁਸਾਰ ਦਿਲਾਵਰ ਖਾਂ ਲੋਧੀ ਨੂੰ ਕੈਦੀ ਬਣਾ ਲਿਆ ਗਿਆ, ਉਸ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ। ਪਰ ਕਿਵੇਂ ਨਾ ਕਿਵੇਂ ਕਰਕੇ ਦਿਲਾਵਰ ਖਾਂ ਲੋਧੀ ਉੱਥੋਂ ਭੱਜ ਕੇ ਪੰਜਾਬ ਵਿੱਚ ਵਾਪਸ ਆ ਗਿਆ ਸੀ। ਤਾਂ ਜਦੋਂ ਇਹ ਸਾਰੀ ਘਟਨਾ ਉਸਨੇ ਆ ਕੇ ਆਪਣੇ ਪਿਤਾ ਨੂੰ ਦੱਸੀ ਤਾਂ ਇਸ ਭੈੜੇ ਸਲੂਕ ਦਾ ਬਦਲਾ ਲੈਣ ਲਈ ਦੌਲਤ ਖਾਂ ਲੋਧੀ ਨੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨਾਲ ਮਿਲ ਕੇ ਕਾਬੁਲ ਦੇ ਸ਼ਾਸਕ ਬਾਬਰ ਨੂੰ 1526 ਈਸਵੀ ਵਿੱਚ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ ਸੀ। ਦੌਲਤ ਖਾਂ ਲੋਧੀ ਦਾ ਗਵਰਨਰ ਆਫ ਪੰਜਾਬ ਵਾਜ਼ ਇਲਿਟਰੇਟਡ, ਹੁੰਦਾ ਬੁਰਾ ਵਿਵਹਾਰ, ਇਲਿਟਰੇਟਡ ਬਾਏ ਇਬਰਾਹਿਮ ਲੋਧੀ ਦਾ ਸੁਲਤਾਨ ਆਫ ਦਿੱਲੀ। ਸੁਲਤਾਨ ਹੁੰਦਾ ਸ਼ਾਸਕ, ਦਿੱਲੀ ਸਲਤਨਤ ਦੇ ਸ਼ਾਸਕ ਨੇ। ਦੇਅਰਫੋਰ ਇਸ ਲਈ ਦੌਲਤ ਖਾਨ ਐਂਡ ਰਾਣਾ ਸਾਂਗਾ ਇਨਵਾਈਟਡ ਦਾ ਰੂਲਰ ਆਫ ਕਾਬੁਲ ਟੂ ਇਨਵੇਡ ਹੁੰਦਾ ਹਮਲਾ ਕਰਨਾ, ਇਨਵੇਡ ਇੰਡੀਆ ਇਨ 1526 AD। 1526 ਵਿੱਚ ਦੋਹਾਂ ਨੇ ਮਿਲ ਕੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ ਸੀ। ਇਸ ਤੋਂ ਅਗਲਾ ਕੁਐਸਚਨ,
ਬਾਬਰ ਦੀਆਂ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ? ਵਟ ਡੂ ਯੂ ਨੋ ਅਬਾਊਟ ਬਾਬਰ ਕਨਕੈਸਟ? 1526 ਈਸਵੀ ਵਿੱਚ ਬਾਬਰ ਨੇ 1526 ਈਸਵੀ ਵਿੱਚ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਇਹ ਸਭ ਤੋਂ ਅਹਿਮ ਜਿੱਤ ਸੀ ਬਾਬਰ ਦੀ, ਜਿਸ ਦੇ ਨਾਲ ਦਿੱਲੀ ਸਲਤਨਤ ਦਾ ਖਾਤਮਾ ਹੋਇਆ ਸੀ ਅਤੇ ਉਸਨੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ। 21 ਅਪ੍ਰੈਲ 1526 ਨੂੰ ਪਾਣੀਪਤ ਦੀ ਫਸਟ ਬੈਟਲ ਹੋਈ ਸੀ। ਇਨ 1526 AD ਬਾਬਰ ਡਿਫੀਟਡ ਇਬਰਾਹਿਮ ਲੋਧੀ ਇਨ ਦਾ ਫਸਟ ਬੈਟਲ ਆਫ ਪਾਣੀਪਤ। ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਇਆ ਸੀ। 1527 ਈਸਵੀ ਵਿੱਚ ਰਾਜਪੂਤ ਸ਼ਾਸਕ ਰਾਣਾ ਸਾਂਗਾ ਇਬਰਾਹਿਮ ਲੋਧੀ ਦੇ ਵਿਰੁੱਧ ਰਾਣਾ ਸਾਂਗਾ ਅਤੇ ਦੌਲਤ ਖਾਂ ਲੋਧੀ ਨੇ ਬਾਬਰ ਨੂੰ ਬੁਲਾਇਆ ਸੀ। ਦੌਲਤ ਖਾਂ ਲੋਧੀ ਤਾਂ ਪਾਣੀਪਤ ਦੀ ਫਸਟ ਬੈਟਲ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਬਾਬਰ ਤੋਂ ਹਾਰ ਗਿਆ ਸੀ, ਅਤੇ ਜਦੋਂ 1526 ਵਿੱਚ ਲੜਾਈ ਹੋਈ ਪਾਣੀਪਤ ਦੀ, ਅਤੇ ਰਾਣਾ ਸਾਂਗਾ ਨੂੰ ਇਹ ਸੀਗਾ ਕਿ ਬਾਬਰ ਠੰਡੇ ਮੁਲਕ ਦਾ ਸ਼ਾਸਕ ਹੈ ਅਤੇ ਇਬਰਾਹਿਮ ਲੋਧੀ ਨੂੰ ਹਰਾ ਕੇ ਵਾਪਸ ਚਲਾ ਜਾਵੇਗਾ। ਪਰ ਜਦੋਂ ਬਾਬਰ ਨੇ ਆਗਰਾ ਦਿੱਲੀ ਦੇ ਖੇਤਰ ਦੇ ਉੱਤੇ ਅਧਿਕਾਰ ਕਰ ਲਿਆ ਤਾਂ ਰਾਣਾ ਸਾਂਗਾ ਇਸ ਨੂੰ ਸਹਿਣ ਨਾ ਕਰ ਸਕਿਆ। ਤਾਂ 1527 ਈਸਵੀ ਵਿੱਚ ਰਾਜਪੂਤ ਸ਼ਾਸਕ ਰਾਣਾ ਸਾਂਗਾ ਨੂੰ ਕਾਨਵਾ ਵੀ ਕਹਿੰਦੇ ਨੇ, ਖਣੂਆ ਵੀ ਕਹਿੰਦੇ ਨੇ, ਕਾਨਵਾ ਦੀ ਲੜਾਈ ਵਿੱਚ ਹਰਾਇਆ। ਇਨ 1527 AD ਬਾਬਰ ਡਿਫੀਟਡ ਦਾ ਰਾਜਪੂਤ ਰੂਲਰ ਰਾਣਾ ਸਾਂਗਾ ਇਨ ਦਾ ਬੈਟਲ ਆਫ ਖਣੂਆ ਦੀ ਲੜਾਈ ਵਿੱਚ ਰਾਣਾ ਸਾਂਗਾ ਨੂੰ ਉਸਨੇ ਹਰਾਇਆ। ਇਹ ਉਸ ਦੀ ਦੂਸਰੀ ਮਹੱਤਵਪੂਰਨ ਜਿੱਤ ਸੀ। 1526 ਦੇ ਵਿੱਚ ਪਾਣੀਪਤ ਦੀ, ਅਤੇ 1527 ਦੇ ਵਿੱਚ ਇੱਥੇ ਹੀ ਪਾ ਲੈਣਾ, ਹੀ ਡਿਫੀਟਡ, ਅਤੇ 1527 ਵਿੱਚ ਰਾਜਪੂਤ ਸ਼ਾਸਕ ਰਾਣਾ ਸਾਂਗਾ ਨੂੰ ਖਣੂਆ ਦੀ ਲੜਾਈ ਵਿੱਚ ਹਰਾਇਆ। ਤੀਜੀ 1528 ਈਸਵੀ ਵਿੱਚ ਚੰਦੇਰੀ ਦੀ ਲੜਾਈ ਵਿੱਚ ਰਾਜਪੂਤਾਂ ਨੂੰ। ਇਨ 1528 AD ਰਾਜਪੂਤ ਇਨ ਦਾ ਬੈਟਲ ਆਫ ਚੰਦੇਰੀ ਦੀ ਲੜਾਈ ਵਿੱਚ ਉਸਨੇ ਰਾਜਪੂਤਾਂ ਨੂੰ ਹਰਾਇਆ ਸੀ। ਇਨ 1528 AD ਰਾਜਪੂਤ ਇਨ ਦਾ ਬੈਟਲ ਆਫ ਚੰਦੇਰੀ ਰਾਜਪੂਤਾਂ ਨੂੰ ਹਰਾਇਆ। ਅਤੇ 1529 ਈਸਵੀ ਵਿੱਚ ਅਫਗਾਨਾਂ ਨੂੰ ਲੜਾਈ ਹੋਈ ਸੀ ਘਾਘਰਾ ਦੀ ਲੜਾਈ ਵਿੱਚ ਹਰਾਇਆ। ਐਂਡ ਇਨ 1529 AD ਹੀ ਡਿਫੀਟਡ, ਇੱਥੇ ਵੀ ਹੀ ਪਾ ਲੈਣਾ, ਹੀ ਡਿਫੀਟਡ ਦਾ ਅਫਗਾਨਸ ਇਨ ਦਾ ਬੈਟਲ ਆਫ ਘਾਘਰਾ। ਇੱਥੇ ਉਸਨੇ ਹਰਾਇਆ ਸੀ ਜੋ ਅਫਗਾਨ ਬਚੀ ਖੁਚੀ ਸ਼ਕਤੀ ਸੀ, ਉਹਨਾਂ ਨੂੰ ਹਰਾਇਆ ਸੀ। ਇਹ 4 ਲੜਾਈਆਂ ਬਾਬਰ ਦੀਆਂ ਬੜੀਆਂ ਅਹਿਮ ਨੇ, ਅਤੇ ਇਹਨਾਂ ਚਾਰਾਂ ਨੂੰ ਯਾਦ ਕਰਨ ਦਾ ਮੈਨੇ ਬੜਾ ਸੌਖਾ ਜਿਹਾ ਤਰੀਕਾ ਬਣਾਇਆ ਸੀ, ਅਤੇ ਉਹ ਵੀ ਮੈਂ ਇਸ ਵੀਡੀਓ ਦੇ ਨਾਲ ਸੈਂਡ ਕਰ ਦਾਂਗਾ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਹੋਰ ਸਮਝ ਆ ਸਕੇ। ਪਾਣੀ ਪੀ ਕੇ, ਖਾਣਾ ਖਾ ਕੇ, ਚੰਦਰੀ ਚੱਲੀ ਘਾਘਰਾ ਪਾ ਕੇ। ਪਾਣੀ ਪੀ ਕੇ ਪਾਣੀਪਤ ਦੀ ਲੜਾਈ, ਪਾਣੀ ਪੀ ਕੇ ਖਾਣਾ ਖਾ ਕੇ ਖਣੂਆ ਦੀ, ਚੰਦੇਰੀ ਦੀ, ਚੰਦਰੀ ਚੱਲੀ ਘਾਘਰਾ ਦੀ। ਇਸ ਤਰ੍ਹਾਂ ਹੀ 4 ਲੜਾਈਆਂ ਯਾਦ ਕਰਨ ਯੋਗ ਨੇ, 1526, 27, 28 ਅਤੇ 29। ਇਹ 4 ਲੜਾਈਆਂ ਬਾਬਰ ਦੀਆਂ ਅਹਿਮ ਸਨ, ਜਿਨ੍ਹਾਂ ਦੇ ਵਿੱਚ ਉਸ ਨੂੰ ਬੜੀ ਵਡਮੁੱਲੀ ਜਿੱਤ ਪ੍ਰਾਪਤ ਹੋਈ ਸੀ। ਅਗਲਾ, ਅਕਬਰ ਦੀਆਂ ਜਿੱਤਾਂ ਬਾਰੇ ਲਿਖੋ। 1530 ਈਸਵੀ ਦੇ ਵਿੱਚ ਬਾਬਰ ਦੀ ਮੌਤ ਹੋ ਗਈ ਸੀ। ਤਾਂ ਬਾਬਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਹਿਮਾਯੂ ਸ਼ਾਸਕ ਬਣਿਆ ਸੀ ਦਿੱਲੀ ਦਾ, ਅਤੇ 1555 ਦੇ ਵਿੱਚ ਜਾ ਕੇ ਹਿਮਾਯੂ ਦੀ ਵੀ ਮੌਤ ਹੋ ਗਈ ਸੀ। ਤਾਂ ਉਸ ਤੋਂ ਬਾਅਦ ਅਕਬਰ ਮੁਗਲ ਸ਼ਾਸਕ ਬਣਿਆ ਸੀ। ਅਕਬਰ ਨੇ ਰਾਜਗੱਦੀ 'ਤੇ ਬੈਠਣ ਪਿੱਛੋਂ
1556 ਈਸਵੀ ਵਿੱਚ ਪਾਣੀਪਤ ਦੀ ਦੂਜੀ ਲੜਾਈ ਵਿੱਚ ਅਫਗਾਨ ਸੈਨਾਪਤੀ ਹੇਮੂ ਨੂੰ ਹਰਾਇਆ। ਦੇਖੋ, ਪਹਿਲਾਂ ਲੜਾਈ ਹੋਈ ਸੀ ਪਾਣੀਪਤ ਦੀ ਪਹਿਲੀ 21 ਅਪ੍ਰੈਲ 1526, ਜਿਸ ਵਿੱਚ ਅਕਬਰ ਦੇ ਦਾਦੇ ਭਾਵ ਬਾਬਰ ਨੇ ਹਰਾਇਆ ਸੀ ਅਫਗਾਨਾਂ ਨੂੰ। ਕਿਹੜਾ ਅਫਗਾਨ ਸੀਗਾ? ਇਬਰਾਹਿਮ ਲੋਧੀ, ਖੁਦ ਦਿੱਲੀ ਸਲਤਨਤ ਦਾ ਉਹ ਸੁਲਤਾਨ ਸੀ। ਅਤੇ ਜਿਹੜੀ ਲੜਾਈ ਹੋਈ 1556 ਈਸਵੀ ਵਿੱਚ ਪਾਣੀਪਤ ਦੀ ਸੈਕਿੰਡ ਬੈਟਲ ਆਫ ਪਾਣੀਪਤ, ਇਸ ਲੜਾਈ ਵਿੱਚ ਅਕਬਰ ਨੇ ਬੈਰਮ ਖਾਂ, ਇੱਕ ਬੈਰਮ ਖਾਂ ਇਹਨਾਂ ਦਾ ਅਕਬਰ ਦਾ ਸਰਪ੍ਰਸਤ ਸੀ, ਬੈਰਮ ਖਾਂ ਦੀ ਸਰਪ੍ਰਸਤੀ ਵਿੱਚ ਅਫਗਾਨ ਸੈਨਾਪਤੀ ਹੇਮੂ ਨੂੰ ਹਰਾਇਆ ਸੀ। 1556 ਵਿੱਚ ਪਾਣੀਪਤ ਦੀ ਸੈਕਿੰਡ ਬੈਟਲ ਹੋਈ। ਆਫਟਰ ਅਸੈਂਡ ਦਾ ਥਰੋਨ, ਗੱਦੀ 'ਤੇ ਬੈਠਣ ਤੋਂ ਬਾਅਦ, ਇਨ 1556 ਜਿਹੜੀ ਅਕਬਰ ਡਿਫੀਟਡ ਦਾ ਅਫਗਾਨ ਜਨਰਲ ਹੇਮੂ ਇਨ ਦਾ ਸੈਕਿੰਡ ਬੈਟਲ ਆਫ ਪਾਣੀਪਤ। ਇਹ ਅਕਬਰ ਦੀ ਪਹਿਲੀ ਮੁੱਖ ਜਿੱਤ ਹੈ ਜਿੱਥੋਂ ਅਕਬਰ ਨੇ ਆਪਣੇ ਸ਼ਾਸਨ ਸ਼ੁਰੂ ਕੀਤਾ ਸੀ। ਸੈਕਿੰਡ, ਅਕਬਰ ਨੇ ਗਵਾਲੀਅਰ, ਗੁਜਰਾਤ, ਜੌਨਪੁਰ, ਅਜਮੇਰ, ਬਰਾਰ, ਅਹਿਮਦਨਗਰ ਅਤੇ ਮਾਲਵਾ 'ਤੇ ਜਿੱਤ ਪ੍ਰਾਪਤ ਕੀਤੀ। ਅਕਬਰ ਕੌਂਕਰਡ ਗਵਾਲੀਅਰ, ਗੁਜਰਾਤ, ਜੌਨਪੁਰ, ਅਜਮੇਰ, ਬਰਾਰ, ਅਹਿਮਦਨਗਰ ਐਂਡ ਮਾਲਵਾ ਆਲਸੋ। ਇੱਥੇ ਵੀ ਅਕਬਰ ਨੇ ਜਿੱਤ ਪ੍ਰਾਪਤ ਕੀਤੀ। ਇਹਨਾਂ ਨੂੰ ਆਪਣੇ ਆਪਣੇ ਸ਼ਾਸਨ ਦੇ ਵਿੱਚ ਮਿਲਾ ਲਿਆ ਗਿਆ। ਅਕਬਰ ਨੇ ਕਾਬਲ ਅਤੇ ਕੰਧਾਰ ਵੀ ਜਿੱਤ ਲਏ ਸਨ। ਅਕਬਰ ਨੇ, ਕਿਉਂਕਿ ਕਾਬੁਲ ਦਾ ਸ਼ਾਸਕ ਸੀ ਅਕਬਰ ਦਾ ਦਾਦਾ ਬਾਬਰ, ਤਾਂ ਆਪਣੇ ਉਸ ਦਾਦੇ ਬਾਰੇ ਸ਼ਾਸਨ ਨੂੰ ਦੁਬਾਰਾ ਬਹਾਲ ਕਰਨ ਦੇ ਲਈ ਅਕਬਰ ਨੇ ਕਾਬੁਲ ਅਤੇ ਕੰਧਾਰ ਤੱਕ ਦੇ ਇਲਾਕੇ ਜਿੱਤ ਲਏ ਸਨ। ਅਕਬਰ ਆਲਸੋ ਕੌਂਕਰਡ ਕਾਬੁਲ ਐਂਡ ਕੰਧਾਰ। ਸਭ ਤੋਂ ਪਹਿਲਾਂ ਅਫਗਾਨਿਸਤਾਨ ਤੱਕ ਜੋ ਸ਼ਾਸਨ ਕਾਇਮ ਕੀਤਾ ਸੀ ਉਹ ਕੀਤਾ ਸੀ ਚੰਦਰਗੁਪਤ ਮੌਰੀਆ ਨੇ। ਚੰਦਰਗੁਪਤ ਮੌਰੀਆ ਦਾ ਅਫਗਾਨਿਸਤਾਨ ਤੱਕ ਸ਼ਾਸਨ ਕਾਇਮ ਹੋ ਗਿਆ ਸੀ। ਤਾਂ ਚੰਦਰਗੁਪਤ ਮੌਰੀਆ ਤੋਂ ਬਾਅਦ ਕਿਤੇ ਜਾ ਕੇ ਚੰਦਰਗੁਪਤ ਮੌਰੀਆ ਹੋਇਆਗਾ 321 ਈਸਵੀ ਪੂਰਵ। ਦੇਖੋ, 321 ਈਸਵੀ ਪੂਰਵ ਤੋਂ ਬਾਅਦ ਕੋਈ ਇੰਨਾ ਜ਼ਿਆਦਾ ਮਹਾਨ ਸ਼ਾਸਕ ਨਹੀਂ ਹੋਇਆ ਜੋ ਅਫਗਾਨਿਸਤਾਨ ਤੱਕ ਰਾਜ ਕਾਇਮ ਕਰ ਸਕਿਆ ਸੀ। ਤਾਂ ਚੰਦਰਗੁਪਤ ਮੌਰੀਆ ਤੋਂ ਬਾਅਦ ਅਕਬਰ ਨੇ ਕਾਬਲ ਅਤੇ ਕੰਧਾਰ ਵੀ ਜਿੱਤ ਲਏ ਸਨ। ਇਸ ਕਰਕੇ ਅਕਬਰ ਨੂੰ ਅਕਬਰ ਦੀ ਗ੍ਰੇਟ, ਅਕਬਰ ਮਹਾਨ ਕਿਹਾ ਜਾਂਦਾ ਹੈ, ਜਿਸ ਦਾ ਝੰਡਾ ਅਫਗਾਨਿਸਤਾਨ ਦੇ ਕਾਬੁਲ ਕੰਧਾਰ ਤੱਕ ਝੂਲਦਾ ਸੀ। ਅਗਲਾ ਕੁਐਸਚਨ, ਮੁਗਲਾਂ ਦੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ? ਵਟ ਡੂਜ਼ ਯੂ ਮੀਨ ਬਾਈ ਅਗਰੇਨੀਅਨ ਸਿਸਟਮ ਆਫ ਮੁਗਲਸ? ਲਗਾਨ ਪ੍ਰਣਾਲੀ ਹੁੰਦਾ ਗਾ ਵੀ ਭੂਮੀ 'ਤੇ ਜੋ ਕਰ ਲੈਂਦੇ ਸਨ, ਕਿਉਂਕਿ ਸਾਰੇ ਸੁਲਤਾਨਾਂ ਦਾ ਜੋ ਆਮਦਨ ਦਾ ਮੁੱਖ ਸਾਧਨ ਸੀ ਉਹ ਸੀਗਾ ਭੂਮੀ ਕਰ। ਹਰ ਇੱਕ ਨੇ ਆਪਣੇ ਆਪਣੇ ਆਧਾਰ 'ਤੇ ਭੂਮੀ ਕਰ ਨਿਸ਼ਚਿਤ ਕੀਤਾ। ਕਿਸੇ ਨੇ 1/2 ਜੋ ਉਪਜ ਹੁੰਦੀ ਸੀ ਉਸ ਦਾ 1/2 ਅੱਧਾ ਹਿੱਸਾ ਲਿਆ ਜਾਂਦਾ, ਕਿਸੇ ਨੇ 1/3। ਅਤੇ ਅਕਬਰ ਦਾ ਜੋ ਭੂਮੀ ਪ੍ਰਬੰਧ ਸੀ ਉਹ ਬੜਾ ਵਧੀਆ ਸੀ। ਕਹਿਣ ਦਾ ਭਾਵ ਜੋ ਇਸ ਦਾ ਭੂਮੀ ਕਰ ਸੀ ਉਹ ਸਾਰੇ ਕਿਤੇ ਇੱਕੋ ਜਿਹਾ ਨਹੀਂ ਸੀ। ਜਿਹੋ ਜਿਹੀ ਭੂਮੀ ਉਹ ਹੈ ਭੂਮੀ ਕਰ। ਭੂਮੀ ਲਗਾਨ ਸਾਮਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ। ਲੈਂਡ ਰੈਵਨਿਊ ਵਾਜ਼ ਦਾ ਮੇਨ ਸੋਰਸ ਆਫ ਇਨਕਮ ਆਫ ਦਾ ਮੁਗਲ ਅੰਪਾਇਰ। ਲਗਾਨ ਮੰਤਰੀ ਟੋਡਰ ਮੱਲ ਨੇ ਲਗਾਨ ਵਿਭਾਗ ਵਿੱਚ ਬਹੁਤ ਸੁਧਾਰ ਕੀਤੇ। ਟੋਡਰ ਮੱਲ ਦਾ ਰੈਵਨਿਊ ਮਿਨਿਸਟਰ ਮੇਡ ਏ ਲੋਟ ਆਫ ਇੰਪਰੂਵਮੈਂਟਸ ਇਨ ਦਾ ਲੈਂਡ ਰੈਵਨਿਊ, ਜਿਸ ਨੂੰ ਆਮ ਤੌਰ 'ਤੇ ਕਿਹਾ ਜਾਂਦਾ ਟੋਡਰ ਮੱਲ ਦਾ ਬੰਦੋਬਸਤ। ਟੋਡਰ ਮੱਲ ਉਸ ਸਮੇਂ ਲਗਾਨ ਮੰਤਰੀ ਸੀ, ਜਿਸ ਨੇ ਬਹੁਤ ਵਧੀਆ ਤਰੀਕੇ ਨਾਲ ਲਗਾਨ ਵਿਭਾਗ ਵਿੱਚ ਸੁਧਾਰ ਕੀਤੇ। ਟੋਡਰ ਮੱਲ ਦਾ ਬੰਦੋਬਸਤ ਬਹੁਤ ਵਧੀਆ ਸੀ। ਨੰਬਰ 1, ਕੀ ਪ੍ਰਬੰਧ ਕੀਤੇ? ਭੂਮੀ ਦਾ ਮਾਪ, ਮੇਜ਼ਰਮੈਂਟ ਆਫ ਲੈਂਡ। ਭੂਮੀ ਦੀ ਵਿੱਘਿਆ ਵਿੱਚ ਮਿਣਤੀ ਕੀਤੀ ਗਈ। ਲੈਂਡ ਵਾਜ਼ ਮੇਜਰਡ ਇਨ ਦਾ ਵਿਗਾਸ। ਜਿਵੇਂ ਅੱਜ ਕੱਲ੍ਹ ਅਸੀਂ ਏਕੜ ਕਹਿੰਦੇ ਹਾਂ, ਏਕੜ, 5 ਏਕੜ, 4 ਏਕੜ, ਤਾਂ ਇਹਨਾਂ ਨੇ
ਜੋ ਭੂਮੀ ਦਾ ਮਾਪ ਕੀਤਾ ਸੀ, ਭੂਮੀ ਦੀ ਪੈਮਾਇਸ਼ ਕਰਾਈ ਸੀ, ਉਹ ਕਰਾਈ ਸੀ ਵਿਗਿਆਨ ਦੇ ਹਿਸਾਬ ਨਾਲ, ਵਿਗਿਆਨ ਦੇ ਹਿਸਾਬ ਨਾਲ ਕਰਾਈ ਸੀ। ਉਪਜ ਦੇ ਆਧਾਰ 'ਤੇ ਸਾਰੀ ਭੂਮੀ ਨੂੰ 4 ਭਾਗਾਂ ਵਿੱਚ ਵੰਡਿਆ ਗਿਆ। ਕਲਾਸੀਫਿਕੇਸ਼ਨ ਆਫ ਲੈਂਡ, ਦਾ ਹੋਲ ਲੈਂਡ ਵਾਜ਼ ਡਿਵਾਈਡਡ ਇਨਟੂ 4 ਪਾਰਟਸ ਔਨ ਦਾ ਬੇਸਿਸ ਆਫ ਜ਼ੀਲ। ਭਾਵ ਜਿਹੋ ਜਿਹੀ ਉਪਜ ਭੂਮੀ ਦੇ ਉੱਤੋਂ ਜਿਹੀ ਜਿਹੀ ਪੈਦਾਵਾਰ ਹੁੰਦੀ ਸੀ, ਉਸ ਹਿਸਾਬ ਨਾਲ 4 ਭਾਗਾਂ ਦੇ ਵਿੱਚ ਵੰਡਿਆ ਗਿਆ। ਨੰਬਰ 1 ਪੋਲਸ, ਪ੍ਰੋਤੀ। ਪਹਿਲੀ ਭੂਮੀ ਕਿਸਮ ਸੀ ਪੋਲਸ, ਵਧੀਆ ਕਿਸਮ ਦੀ। ਉਸ ਤੋਂ ਬਾਅਦ ਪ੍ਰੋਤੀ, ਫਿਰ ਸੰਸਰ, ਉਸ ਤੋਂ ਬਾਅਦ ਬੰਜਰ। ਇਸ ਤਰ੍ਹਾਂ 4 ਭਾਗਾਂ 'ਚ ਵੰਡਿਆ ਗਿਆ ਅਤੇ ਇਹਨਾਂ ਦੇ ਆਧਾਰ 'ਤੇ ਹੀ ਜੋ ਭੂਮੀ ਕਰ ਲਿਆ ਜਾਂਦਾ ਸੀ, ਇਹਨਾਂ ਨੂੰ ਉਪਜ ਦੇ ਹਿਸਾਬ ਨਾਲ ਲਿਆ ਜਾਂਦਾ ਸੀ, ਤਾਂ ਜੋ ਕਿਸੇ ਕਿਸਾਨ ਦੀ ਗਰੀਬ ਮਾਰ ਨਾ ਹੋ ਸਕੇ। ਭਾਵ ਕਿਸੇ ਕਿਸਾਨ ਦਾ ਆਰਥਿਕ ਹਾਲਤ ਬਹੁਤ ਜ਼ਿਆਦਾ ਮਾੜੀ ਨਾ ਹੋ ਸਕੇ। ਇਹ ਅਕਬਰ ਦੇ ਭੂਮੀ ਸੁਧਾਰ ਸਨ, ਜੋ ਉਸਦੇ ਲਗਾਨ ਮੰਤਰੀ ਟੋਡਰ ਮੱਲ ਨੇ ਕੀਤੇ ਸਨ। ਹੇਠ ਲਿਖੇ ਖਾਲਿਸਤਾਨ ਭਰੋ। ਤੁਜ਼ਕੇ ਬਾਬਰੀ ਬਾਬਰ ਦੀ ਆਤਮ ਜੀਵਨੀ ਹੈ। ਤੁਜ਼ਕੇ ਬਾਬਰੀ ਇਜ਼ ਦਾ ਆਟੋਬਾਇਓਗ੍ਰਾਫੀ ਆਫ ਬਾਬਰ। ਤੁਜ਼ਕੇ ਬਾਬਰੀ ਬਾਬਰ ਦੀ ਆਤਮਕ ਕਥਾ ਹੈ। ਖਨੂਆ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ ਹੋਈ। ਦਾ ਬੈਟਲ ਆਫ ਕਾਨਵਾ ਵਾਜ਼ ਫਾਊਟ ਬਿਟਵੀਨ ਬਾਬਰ ਐਂਡ ਰਾਣਾ ਸਾਂਗਾ। ਬਾਬਰ ਅਤੇ ਰਾਣੇ ਸਾਂਗਾ ਵਿਚਕਾਰ ਹੋਈ ਸੀ, ਜਿਸ ਵਿੱਚ ਰਾਣਾ ਸਾਂਗਾ ਦੀ ਹਾਰ ਹੋਈ ਸੀ। ਹੋਈ ਸੀ ਇਹ 1527 ਈਸਵੀ ਵਿੱਚ। ਬੈਟਲ ਆਫ ਖਨੂਆ ਜਾਂ ਕਾਨਵਾ। ਅਕਬਰ ਨੇ ਹੇਮੂ ਨੂੰ 1556 ਈਸਵੀ ਵਿੱਚ ਪਾਣੀਪਤ ਦੇ ਮੈਦਾਨ ਵਿੱਚ ਹਰਾਇਆ ਸੀ। ਅਕਬਰ ਡਿਫੀਟਡ ਹੇਮੂ ਇਨ 1556 AD ਇਨ ਬੈਟਲ ਆਫ ਪਾਣੀਪਤ। ਪਾਣੀਪਤ ਦੀ ਇਹ ਦੂਜੀ ਲੜਾਈ ਸੀ। ਪਹਿਲੀ ਵਿੱਚ ਹਰਾਇਆ ਸੀ ਬਾਬਰ ਨੇ ਇਬਰਾਹਿਮ ਲੋਧੀ ਨੂੰ। ਜੋ ਪਾਣੀਪਤ ਹੈ, ਪਾਣੀਪਤ ਵਰਤਮਾਨ ਸਮੇਂ ਸਾਡੇ ਹਰਿਆਣਾ ਸਟੇਟ ਦੇ ਵਿੱਚ ਹੈ, ਸਾਡੇ ਵਰਤਮਾਨ ਸਮੇਂ ਹਰਿਆਣਾ ਰਾਜ ਦੇ ਵਿੱਚ ਹੈ। ਬਾਬਰ ਨੇ ਬਾਬਰਨਾਮਾ ਲਿਖਿਆ। ਬਾਬਰ ਰੋਟ ਬਾਬਰਨਾਮਾ, ਜਿਸ ਨੂੰ ਤੁਜ਼ਕੇ ਬਾਬਰੀ ਵੀ ਕਿਹਾ ਜਾਂਦਾ, ਤੁਜ਼ਕੇ ਬਾਬਰੀ ਵੀ ਕਿਹਾ ਜਾਂਦਾ। ਅਬੁਲ ਫਜ਼ਲ ਨੇ ਅਕਬਰਨਾਮਾ ਲਿਖਿਆ। ਅਬੁਲ ਫਜ਼ਲ ਰੋਟ ਅਕਬਰਨਾਮਾ। ਅਬੁਲ ਫਜ਼ਲ ਅਕਬਰ ਦੇ ਦਰਬਾਰ ਦਾ ਰਤਨਾਂ ਵਿੱਚੋਂ ਇੱਕ ਸੀ, ਜਿਸ ਨੇ ਅਕਬਰਨਾਮਾ ਲਿਖਿਆ ਸੀ। ਇਹ ਅਸੀਂ ਨੇ ਫਿਲ ਇਨ ਦਾ ਬਲੈਂਕਸ, ਖਾਲੀ ਥਾਵਾਂ ਕੀਤੀਆਂ। ਸਹੀ ਜਾਂ ਗਲਤ। ਮੁਗਲ ਭਾਰਤ ਵਿੱਚ 1525 ਈਸਵੀ ਵਿੱਚ ਆਏ। ਦਾ ਮੁਗਲਸ ਕੇਮ ਟੂ ਇੰਡੀਆ ਇਨ 1525 AD। ਸਹੀ ਹੈ, ਮੁਗਲ ਭਾਰਤ ਵਿੱਚ 1525 ਈਸਵੀ ਵਿੱਚ ਆਏ ਸਨ। ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਿਆ। ਦੌਲਤ ਖਾਂ ਲੋਧੀ ਐਂਡ ਰਾਣਾ ਸਾਂਗਾ ਇਨਵਾਈਟਡ ਬਾਬਰ ਟੂ ਇਨਵੇਡ ਇੰਡੀਆ। ਇਹ ਵੀ ਬਿਲਕੁਲ ਸਹੀ ਹੈ, ਟਰੂ ਹੈ। ਇਸ ਤੋਂ ਅੱਗੇ ਸ਼ੇਰ ਸ਼ਾਹ ਸ਼ੂਰੀ ਮੁਗਲ ਸ਼ਾਸਕ ਸੀ। ਗਲਤ ਹੈ, ਉਹ ਤਾਂ ਇੱਕ ਅਫਗਾਨ ਸ਼ਾਸਕ ਸੀ, ਜਿਸ ਨੇ 1540 ਵਿੱਚ ਬੈਟਲ ਆਫ ਕਨੌਜ ਦੀ ਲੜਾਈ ਵਿੱਚ ਹਰਾ ਕੇ ਹਮਾਯੂੰ ਨੂੰ ਭਾਰਤ ਤੋਂ ਬਾਹਰ ਕੱਢਿਆ ਸੀ। ਔਰੰਗਜ਼ੇਬ ਦੇ ਰਾਜਕਾਲ ਸਮੇਂ ਰਾਜਪੂਤਾਂ ਨਾਲ ਬਹੁਤ ਚੰਗਾ ਸਲੂਕ ਕੀਤਾ ਗਿਆ। ਗਲਤ। ਰਾਜਪੂਤਾਂ ਨਾਲ ਜੋ ਚੰਗਾ ਸਲੂਕ ਕੀਤਾ ਸੀ, ਉਹ ਕੀਤਾ ਸੀ ਅਕਬਰ ਨੇ। ਕੁਝ ਰਾਜਪੂਤਾਂ ਨੇ ਅਕਬਰ ਦੀ ਅਧੀਨਗੀ ਸਵੀਕਾਰ ਕਰ ਲਈ ਸੀ। ਕੁਝ ਰਾਜਪੂਤਾਂ ਨਾਲ ਅਕਬਰ ਨੇ ਵਿਆਹ ਸੰਬੰਧ ਬਣਾ ਲਏ ਸਨ। ਕੁਝ ਰਾਜਪੂਤਾਂ ਨਾਲ ਅਕਬਰ ਨੇ ਵਿਆਹ ਸੰਬੰਧ ਬਣਾ ਲਏ ਸਨ। ਔਰੰਗਜ਼ੇਬ ਦੀ ਦੱਖਣ ਨੀਤੀ ਨੇ ਮੁਗਲ ਸਾਮਰਾਜ ਨੂੰ ਮਜ਼ਬੂਤ ਬਣਾਇਆ। ਗਲਤ। ਦੱਖਣ ਨੀਤੀ ਨੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਸੀ। ਦ ਦੱਖਣ ਪਾਲਿਸੀ ਆਫ ਔਰੰਗਜ਼ੇਬ ਸਟਰੈਂਥਨਡ ਦਾ ਮੁਗਲ ਅੰਪਾਇਰ। ਫਾਲਸ। ਇਸ ਤਰ੍ਹਾਂ ਅਸੀਂ ਨੇ ਟਰੂ ਫਾਲਸ ਕੀਤੇ। ਅਤੇ ਅੱਜ ਦੀ ਅਸੀਂ ਇਸ ਵੀਡੀਓ ਰਾਹੀਂ ਪਾਠ ਨੰਬਰ 11 ਹੈ, ਜੋ ਪਹਿਲਾਂ 14 ਸੀ, ਉਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੇ। ਅਤੇ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭੇਜੋ
ਤਾਂ ਜੋ ਉਹ ਆਪਣਾ ਕੰਮ ਕਰ ਸਕਣ। ਧੰਨਵਾਦ।